ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਹਾਂ ਹਰਮਿੰਦਰ ਸਿੰਘ। ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਨਗਰੀ, ਇਤਿਹਾਸਕ ਨਗਰੀ। ਇਸ ਨਗਰੀ ਨੂੰ ਮਾਣ ਪ੍ਰਾਪਤ ਹੈ, ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਇਸ ਨਗਰੀ ਨੂੰ, ਜਿਸ ਕਰਕੇ ਇਸ ਨਗਰੀ ਕੌਮਾਂਤਰੀ ਤੌਰ 'ਤੇ ਪ੍ਰਸਿੱਧੀ ਪ੍ਰਾਪਤ ਹੈ। ਵੱਡੀ ਗੱਲ ਇਹ ਹੈ ਕਿ ਇਸ ਨਗਰੀ ਦੇ ਇਤਿਹਾਸਕ ਪੱਖ ਨੂੰ ਦੇਖਦਿਆਂ ਹੋਇਆਂ ਇੱਥੇ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਇੱਥੇ ਮੌਜੂਦ ਹੈ। ਲੇਕਿਨ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਇਸ ਨਗਰੀ ਵਿੱਚ ਟਰਾਂਸਪੋਰਟੇਸ਼ਨ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ, ਜਿਸ ਕਾਰਨ ਦੂਰ ਵਿਦੇਸ਼ ਤੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ, ਸ਼ਰਧਾਲੂਆਂ ਨੂੰ ਅਤੇ ਸੈਲਾਨੀਆਂ ਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਆਪਾਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਬਾਰ-ਬਾਰ ਸਿਟੀ ਬੱਸ ਟਰਮੀਨਲ 'ਤੇ, ਜਿੱਥੇ ਕਰੋੜਾਂ ਰੁਪਈਆਂ ਦੀਆਂ ਲਾਗਤ ਨਾਲ ਬੱਸਾਂ ਜਿਹੜੀਆਂ ਨੇ ਚਲਾਈਆਂ ਗਈਆਂ ਸਨ। ਇਹ ਬੱਸਾਂ 2014 ਦੇ ਵਿੱਚ ਚਲਾਈਆਂ ਗਈਆਂ ਸਨ, ਲੇਕਿਨ ਕੁਝ ਹੀ ਸਮੇਂ ਬਾਅਦ ਪ੍ਰਸ਼ਾਸਨਿਕ ਨਜ਼ਰਅੰਦਾਜ਼ੀ ਦੇ ਕਾਰਨ, ਅਣਗਹਿਲੀਆਂ ਦੇ ਕਾਰਨ ਇਹ ਬੱਸਾਂ ਅੱਜ ਕੁਆੜਾ ਹੋਈਆਂ ਪਈਆਂ ਨੇ। ਇਹਨਾਂ ਬੱਸਾਂ ਦੇ ਵਿੱਚ ਹੁਣ ਸਵਾਰੀਆਂ ਨਹੀਂ, ਬਲਕਿ ਚੂਹੇ, ਹੋਰ ਜੀਵ ਜੰਤੂ ਆਪਣਾ ਰਹਿਣ ਬਸੇਰਾ ਕਰਦੇ ਹਨ। ਤਕਰੀਬਨ 60 ਦੇ ਕਰੀਬ ਇਹਨਾਂ ਬੱਸਾਂ ਦੇ ਵਿੱਚ ਛੋਟੀਆਂ ਬੱਸਾਂ, ਏਸੀ ਬੱਸਾਂ ਅਤੇ ਵੱਡੀਆਂ ਏਸੀ ਬੱਸਾਂ ਮੌਜੂਦ ਹਨ। ਅੱਜ ਇਹ ਬੱਸਾਂ ਬਿਲਕੁਲ ਕੁਆੜਾ ਹੋ ਚੁੱਕੀਆਂ ਹਨ, ਜੋ ਕਰੋੜਾਂ ਰੁਪਏ ਦੀ ਜਿਹੜੀ ਨਿਯਮ ਦੇ ਤਹਿਤ ਆਈ ਰਾਸ਼ੀ ਇਸ ਵੇਲੇ ਕੁਆੜ ਦੇ ਵਿੱਚ ਬਦਲ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਬੱਸਾਂ ਚੱਲਣ ਤੋਂ ਅਸਮਰੱਥ ਨੇ, ਚੱਲ ਨਹੀਂ ਰਹੀਆਂ, ਬਿਲਕੁਲ ਕੁਆੜਾ ਹੋ ਚੁੱਕੀਆਂ ਹਨ। ਲੇਕਿਨ ਇਹਨਾਂ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਨਹੀਂ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹਨਾਂ ਬੱਸਾਂ ਨੂੰ ਚਲਾਉਣ ਲਈ ਸਮੇਂ-ਸਮੇਂ ਪ੍ਰਸ਼ਾਸਨ ਤੱਕ, ਨਗਰ ਨਿਗਮ ਤੱਕ ਪਹੁੰਚ ਕੀਤੀ ਗਈ, ਲੇਕਿਨ ਪਰ ਇਹ ਜਿਹੜੀ ਪਹੁੰਚ ਬਿਲਕੁਲ ਹੀ ਕਿਸੇ ਸਿਰੇ ਨਹੀਂ ਲੱਗੀ ਅਤੇ ਇਹ ਬੱਸਾਂ ਅੱਜ ਵੀ ਇਹ ਟਰਮੀਨਲ ਦੀਆਂ ਸ਼ਿੰਗਾਰ ਬਣੀਆਂ ਪਈਆਂ ਹਨ। ਇਹਨਾਂ ਵਿੱਚੋਂ ਹਾਲ ਹੀ ਵਿੱਚ 2 ਬੱਸਾਂ ਨੂੰ ਤਿਆਰ ਕਰਕੇ ਨਗਰ ਨਿਗਮ ਵੱਲੋਂ ਸਿਹਤ ਵਿਭਾਗ ਨੂੰ ਕੋਵਿਡ ਟੈਸਟਿੰਗ ਲਈ ਦਿੱਤੀਆਂ ਗਈਆਂ ਸਨ, ਲੇਕਿਨ ਬਾਕੀ ਬੱਸਾਂ ਅੱਜ ਵੀ ਉਸੇ ਤਰ੍ਹਾਂ ਹੀ ਕੁਆੜਾ ਹਾਲਤ ਵਿੱਚ ਇੱਥੇ ਖੜ੍ਹੀਆਂ ਹਨ, ਜਿਨ੍ਹਾਂ ਦੀਆਂ ਸੀਟਾਂ ਟੁੱਟੀਆਂ ਹਨ, ਸ਼ੀਸ਼ੇ ਟੁੱਟੇ ਹਨ ਅਤੇ ਦਿਨੋਂ ਦਿਨ ਇਹਨਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਈਵਨ ਕਿ ਇੱਥੋਂ ਤੱਕ ਕਿ ਇਹਨਾਂ ਦੇ ਵਿੱਚੋਂ ਸਮਾਨ ਵੀ ਜਿਹੜਾ ਵਾ ਉਹ ਗਾਇਬ ਹੋ ਰਿਹਾ ਹੈ, ਲੇਕਿਨ ਇਸ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ, ਟੈਕਸਾਂ ਦੀ ਕਮਾਈ, ਇਹ ਬਿਲਕੁਲ ਹੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਇਹ ਬਿਲਕੁਲ ਹੀ ਜਿਹੜੀ ਹੈ ਉਹ ਵਿਅਰਥ ਜਾ ਰਹੀ ਹੈ, ਲੇਕਿਨ ਇਸ ਪਾਸੇ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੈ। ਸਰਕਾਰਾਂ ਸਕੀਮਾਂ ਤਾਂ ਬਹੁਤ ਜ਼ਿਆਦਾ ਲੈ ਕੇ ਆਉਂਦੀਆਂ, ਲੇਕਿਨ ਇਹਨਾਂ ਸਕੀਮਾਂ ਨੂੰ ਲੰਬੇ ਸਮੇਂ ਤੱਕ ਨਹੀਂ ਚੱਲ ਪਾ ਰਹੀਆਂ, ਜਿਸ ਕਾਰਨ ਕਰੋੜਾਂ ਰੁਪਏ ਦੀ ਲੋਕਾਂ ਦੀਆਂ ਟੈਕਸ ਦੀ ਕਮਾਈ ਜਿਹੜੀ ਉਹ ਬੇਕਾਰ ਹੋ ਕੇ ਰਹਿ ਜਾਂਦੀ ਹੈ, ਵਿਅਰਥ ਹੋ ਜਾਂਦੀ ਹੈ। ਅੱਜ ਭਾਵੇਂ ਸਾਨੂੰ 70 ਸਾਲ ਹੋ ਗਏ ਹਨ ਦੇਸ਼ ਨੂੰ ਆਜ਼ਾਦ ਹੋਇਆਂ ਨੂੰ, ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ 70 ਸਾਲ ਤੋਂ, ਲੇਕਿਨ ਹਜੇ ਤੱਕ ਜਿਹੜਾ ਵਿਕਾਸ ਹੈ ਸਿਰਫ ਸੜਕਾਂ, ਗਲੀਆਂ, ਨਾਲੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਹਨਾਂ ਬੱਸਾਂ ਨੂੰ ਚਲਾਉਣ ਵਾਸਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 28/1/2014 ਨੂੰ ਉਦਘਾਟਨ ਕੀਤਾ ਗਿਆ ਸੀ ਅਤੇ ਸੜਕਾਂ 'ਤੇ ਰਵਾਨਾ ਕੀਤੀਆਂ ਗਈਆਂ ਸੀ। ਇੱਕ ਨਿੱਜੀ ਕੰਪਨੀ ਨੂੰ ਠੇਕੇ 'ਤੇ ਦਿੱਤੀਆਂ ਗਈਆਂ ਇਹ ਬੱਸਾਂ ਕੁਝ ਹੀ ਸਮੇਂ ਤੱਕ ਚੱਲ ਸਕੀਆਂ ਅਤੇ ਬਾਅਦ ਦੇ ਵਿੱਚ ਇਹ ਇੱਥੇ ਇਸ ਟਰਮੀਨਲ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਪਹਿਲੇ ਪੜਾਅ ਦੇ ਵਿੱਚ 3 ਵੱਖ-ਵੱਖ ਰੂਟ ਸੀ ਜਿਹੜੇ ਇਹਨਾਂ ਬੱਸਾਂ ਨੂੰ 3 ਰੂਟਾਂ 'ਤੇ ਚਲਾਇਆ ਗਿਆ, ਜਿਨ੍ਹਾਂ ਵਿੱਚੋਂ ਦਰਬਾਰ ਸਾਹਿਬ ਤੱਕ ਵੀ ਇਹ ਬੱਸਾਂ ਪਹੁੰਚਦੀਆਂ ਸਨ ਅਤੇ ਜਿਨ੍ਹਾਂ ਦਾ ਲਾਭ ਅੰਮ੍ਰਿਤਸਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਮਿਲਦਾ ਸੀ, ਲੇਕਿਨ ਅੱਜ ਇਹ ਬੱਸਾਂ ਬਿਲਕੁਲ ਹੀ ਕੁਆੜਾ ਹੋ ਕੇ ਰਹਿ ਗਈਆਂ ਹਨ।
ਜਦੋਂ ਇਹ ਬੱਸਾਂ ਚੱਲੀਆਂ ਸਨ ਉਸ ਵੇਲੇ ਹੀ ਕਈ ਵਾਰ ਇਹ ਵਿਵਾਦਾਂ ਦੇ ਘੇਰੇ 'ਚ ਵੀ ਰਹੀਆਂ। ਆਟੋ ਰਿਕਸ਼ਾ ਚਾਲਕਾਂ ਨਾਲ ਇਹ ਬੱਸਾਂ ਵਾਲਿਆਂ ਦਾ ਅਕਸਰ ਹੀ ਪੇਚਾ ਪਿਆ ਰਹਿੰਦਾ ਸੀ, ਜਿਸ ਕਾਰਨ ਇਹ ਬੱਸਾਂ ਕਈ ਵਾਰ ਰੋਕ ਕੇ ਇਹਨਾਂ ਦਾ ਘਰਾਓ ਵੀ ਕੀਤਾ ਜਾਂਦਾ ਰਿਹਾ। ਲੇਕਿਨ ਇਹ ਸਿਰਫ ਇਸ ਕਰਕੇ ਹੁੰਦਾ ਰਿਹਾ ਕਿਉਂਕਿ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅਣਗਹਿਲੀਆਂ ਸੀ। ਕੋਈ ਇਸ ਸੰਬੰਧੀ ਕੋਈ ਠੋਸ ਯੋਜਨਾ ਨਾ ਬਣਾਈ ਗਈ। ਠੋਸ ਯੋਜਨਾ ਨਾ ਹੋਣ ਕਾਰਨ ਜਿਹੜਾ ਸੀ ਇਹ ਨਾ ਤੇ ਹੀ ਕੋਈ ਇਹਨਾਂ ਦਾ ਪੱਕਾ ਕੋਈ ਬੱਸ ਅੱਡਾ ਬਣਾਇਆ ਗਿਆ ਅਤੇ ਨਾ ਹੀ ਕੋਈ ਇਹਨਾਂ ਲਈ ਕੋਈ ਮਜ਼ਬੂਤ ਕੋਈ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਕਾਰਨ ਇਹ ਬੱਸਾਂ ਅਕਸਰ ਵਿਵਾਦਾਂ 'ਚ ਰਹੀਆਂ ਅਤੇ ਅੱਜ ਹਾਲਾਤ ਇਹ ਹੋ ਗਏ ਕਿ ਇਹ ਬੱਸਾਂ ਇੱਕ ਕਵਾੜ ਦੇ ਵਿੱਚ ਬਣ ਕੇ ਰਹਿ ਗਈਆਂ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਹ ਬੱਸਾਂ, ਇਹ ਪ੍ਰੋਜੈਕਟ ਬਿਲਕੁਲ ਹੀ ਖਤਮ ਹੋ ਕੇ ਰਹਿ ਗਿਆ ਹੈ, ਜਿਸ ਵੱਲ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਧਿਆਨ ਹੈ ਅਤੇ ਨਾ ਹੀ ਨਗਰ ਨਿਗਮ ਦਾ, ਜਿਸ ਦੇ ਅੰਡਰ ਇਹ ਬੱਸਾਂ ਚੱਲਦੀਆਂ ਸੀ। ਹਾਂਜੀ ਕੋਹਲੀ ਸਾਹਿਬ, ਅੱਜ ਤੁਸੀਂ ਇੱਥੇ ਜਿਹੜਾ ਵਿਕਾਸ ਮੰਚ ਤੋਂ ਤੁਸੀਂ ਕਾਫੀ ਜ਼ਿਆਦਾ ਕੰਮ ਕੀਤਾ, ਅੰਮ੍ਰਿਤਸਰ ਵਿਕਾਸ ਮੰਚ ਨੇ, ਅਤੇ ਇਹ ਨਿਊਰਮ ਤਹਿਤ ਜਿਹੜੀਆਂ ਬੱਸਾਂ ਚਲਾਈਆਂ ਗਈਆਂ ਸੀ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਇਸ ਵੇਲੇ ਬਿਲਕੁਲ ਚੱਲ ਨਹੀਂ ਰਹੀਆਂ। ਤੁਸੀਂ ਇਹਦੇ ਬਾਰੇ ਬਹੁਤ ਕੁਝ ਆਪਣਾ ਕੰਮ ਕੀਤਾ, ਪ੍ਰਸ਼ਾਸਨ ਨੂੰ ਲਿਖਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜੀ ਦਲਜੀਤ ਸਿੰਘ ਕੋਹਲੀ, ਮੈਂ ਅੰਮ੍ਰਿਤਸਰ ਵਿਕਾਸ ਮੰਚ ਪੈਟਰਨ ਹਾਂ। ਅਸੀਂ ਸਾਡੇ ਮੰਚ ਨੇ ਹਮੇਸ਼ਾ ਹੀ ਅੰਮ੍ਰਿਤਸਰ ਦੀ ਕੰਪਰੀਹੈਂਸਿਵ ਡਿਵੈਲਪਮੈਂਟ ਦੇ ਵਾਸਤੇ ਜਦੋਜਹਿਦ ਕੀਤੀ ਹੈ। ਜੇ ਕਿਤੇ ਕੋਈ ਕੋਤਾਹੀ ਹੈ ਉਹਨੂੰ ਸਭ ਪ੍ਰਸ਼ਾਸਨ ਦੇ ਨੋਟਿਸ ਦੇ ਵਿੱਚ ਹਮੇਸ਼ਾ ਲਿਆਉਂਦੇ ਰਹੇ ਹਾਂ। ਅੱਜ ਅਸੀਂ ਆ ਜਿਹੜਾ ਸਿਟੀ ਬੱਸ ਟਰਮੀਨਲ ਹੈ ਜਿਹੜਾ ਉਹਦੇ ਵਿਹੜੇ 'ਚ ਖਲੋਤੇ ਹਾਂ ਔਰ ਬੜੀ ਥੋੜ੍ਹੀ ਜਿਹੀ ਮਨ ਨੂੰ ਮਾਯੂਸੀ ਹੈ। ਮਾਯੂਸੀ ਤੋਂ ਗਾਂ ਮੈਂ ਸਮਝਦਾ ਵੀ ਸਾਡੀ ਇਹ ਤਰਾਸ਼ਦੀ ਹੈ ਪੰਜਾਬ ਦੀ ਜਾਂ ਸਾਰੇ ਹਿੰਦੁਸਤਾਨ ਦੀ ਵੀ ਲੈ ਲਈਏ, ਅਤੇ ਮੈਂ ਖਾਸ ਕਰਕੇ ਅੰਮ੍ਰਿਤਸਰ ਦੀ ਮਹਿਸੂਸ ਕਰਦਾ ਕਿ ਜਿਹੜੀ ਇੱਕ ਪ੍ਰੋਜੈਕਟ 2014 ਦੇ ਵਿੱਚ ਜਨਵਰੀ 2014 'ਚ ਸਾਡੇ ਸਟੇਟ ਦੇ ਡਿਪਟੀ ਮੁੱਖ ਮੰਤਰੀ ਨੇ ਸ਼ੁਰੂ ਕੀਤਾ ਸੀ, ਨਾਲ ਮੇਅਰ ਸੀਗੇ ਸਾਡੇ ਸ਼ਹਿਰ ਦਾ ਜਿਹੜਾ ਫਸਟ ਸਿਟੀਜ਼ਨ ਹੁੰਦੇ ਆ, ਇਹਨਾਂ ਨੇ ਜੋ ਸ਼ੁਰੂ ਕੀਤਾ ਅਤੇ 60 ਬੱਸਾਂ ਉਦੋਂ ਇਹਨਾਂ ਨੇ ਚਲਾਈਆਂ, ਜਿਹਦੇ ਵਿੱਚ AC ਅਤੇ ਨਾਨ AC ਦੋਨੋਂ ਰਲ ਕੇ ਸੀ। ਇਹ 14 ਤੋਂ ਲੈ ਕੇ 15 ਤੱਕ ਥੋੜ੍ਹਾ ਜਿਹਾ ਸਾਬਤ ਸੂਰਤ 'ਤੇ ਪ੍ਰੋਜੈਕਟ ਚੱਲਦਾ ਰਿਹਾ। 16 'ਚ ਮੱਧਮ ਪੈ ਗਿਆ ਅਤੇ 17 ਦੇ ਵਿੱਚ ਆ ਕੇ ਇਹਦਾ ਚੱਕਾ ਜਿਹੜਾ ਹੈ ਉਹ ਬਿਲਕੁਲ ਇਹਨਾਂ ਨੇ ਜਾਮ ਕਰਕੇ ਕਰੋੜਾਂ ਅਰਬਾਂ ਰੁਪਈਆ ਦਾ ਜਿਹੜੀ ਜਾਇਦਾਦ ਸਰਕਾਰ ਦਾ ਪੈਸਾ ਖਰਚ ਕੇ ਅਤੇ ਇਸ ਟਰਮੀਨਲ ਦੇ ਵਿੱਚ ਉਹਨੇ ਖਲੋਤੀਆਂ ਨੇ ਬੱਸਾਂ। ਥੋੜ੍ਹਾ ਜਿਹਾ ਹੋਰ ਡਿਟੇਲ 'ਚ ਜੇ ਜਾਵਾਂ ਅਤੇ ਇਹ ਦੇਖੋ, ਇਹ ਜਿਹੜੀਆਂ ਬੱਸਾਂ ਸੀਗੀਆਂ ਸੈਂਟਰ ਸਰਕਾਰ ਨੇ ਮੁਹੱਈਆ ਕਰਾਈਆਂ ਸੀ ਪੰਜਾਬ ਸਰਕਾਰ ਨੂੰ। ਸਟੇਟ ਸਰਕਾਰ ਫਾਇਦਾ ਨਹੀਂ ਲੈ ਸਕਦੇ, ਸੋਚ ਪਤਾ ਨਹੀਂ ਕਿੱਥੇ ਆ, ਪ੍ਰਸ਼ਾਸਨ ਦੀ ਕਹਿ ਲਈਏ ਜਾਂ ਸਾਡੇ ਜਿਹੜੇ ਰਾਜਨੇਤਾ ਆ ਉਹਨਾਂ ਦੀ ਕਹਿ ਲਈਏ। ਬੱਸਾਂ ਦਾ ਖਲੋ ਜਾਣਾ, ਕੀ ਇੱਥੇ ਦੁੱਧ ਦਿੰਦੀਆਂ ਨੇ ਬੱਸਾਂ ਜੇ ਪੰਜਾਬੀ 'ਚ ਕਹੀਏ, ਇਹ ਬੜੀ ਹੈਰਾਨਗੀ ਆ। ਸਾਡਾ ਅੰਮ੍ਰਿਤਸਰ ਸ਼ਹਿਰ ਜਿਹੜਾ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ 'ਚ ਮੰਨਿਆ ਜਾਂਦਾ ਕਿ ਇੱਥੇ ਜਿਹੜੀ ਬਾਹਰੋਂ ਜਿਹੜੇ ਯਾਤਰੂਆਂ ਦੀ, ਵਿਜ਼ਟਰਸ ਦੀ ਜਿਹੜੇ ਇੱਥੇ ਆਮਦ ਹੈ ਡਿਊ ਟੂ ਸਾਡਾ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਸਾਹਿਬ, ਹੁਣ ਤੇ ਰਾਮ ਤੀਰਥ ਮੰਦਰ ਵੀ ਬੜਾ ਉੱਚ ਵੱਡੇ ਪੱਧਰ 'ਤੇ ਸਰਕਾਰਾਂ ਨੇ ਉੱਥੇ ਕਾਫੀ ਪੈਸਾ ਖਰਚਿਆ ਹੈ ਉਹ, ਅਤੇ ਨਾਲ ਜਿਹੜੀ ਬੜੀ ਵੱਡੀ ਖੂਬਸੂਰਤੀ ਸਾਡੇ ਇਸ ਅੰਮ੍ਰਿਤਸਰ ਵਾਸਤੇ ਉਹ ਬੀਤਦੀ ਹੈ ਜਿਹੜਾ ਵਾਹਗਾ ਬਾਰਡਰ ਹੈ। ਜਿੰਨੇ ਵੀ ਯਾਤਰੂ ਬਾਹਰੋਂ ਆਉਂਦੇ ਉਹਨਾਂ ਦੇ ਵਾਸਤੇ 4-5 ਹੋਰ ਵੀ ਅੱਛੇ ਸਪੌਟਸ ਹੈਗੇ ਆ ਜਿੱਥੇ ਵਿਜ਼ਟਰਸ ਆ ਕੇ ਵਿਜ਼ਿਟ ਕਰਨਾ ਪਸੰਦ ਕਰਦੇ ਆ। ਅਤੇ ਇਹ ਇੱਕ ਸਾਧਨ ਸੀਗਾ ਜਿਹੜਾ ਸਰਕਾਰਾਂ ਵੱਲੋਂ ਹਮੇਸ਼ਾ ਜਿਹੜਾ ਪਬਲਿਕ ਲੋਕ ਹਿੱਤਾਂ ਦੇ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਵਾਸਤੇ ਇਹ ਜਿਹੜੀਆਂ ਬੱਸਾਂ ਜਿਹੜੀਆਂ ਸਿਟੀ ਬੱਸ ਉਦੋਂ ਚਲਾਈ ਗਈ ਸੀ। ਹੁਣ 60 ਦੀਆਂ 60 ਬੱਸਾਂ ਇੱਥੇ ਖਲੋਤੀਆਂ ਨੇ। ਇਸ ਦੇ ਪ੍ਰਤੀ ਅਸੀਂ ਸਾਡੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਟਾਈਮ ਐਂਡ ਅਗੇਨ, ਇੱਕ ਵਾਰੀ ਨਹੀਂ ਬਾਰ-ਬਾਰ, ਹਰ ਪੱਧਰ 'ਤੇ, ਪ੍ਰਸ਼ਾਸਨ ਪੱਧਰ 'ਤੇ CM ਸਾਹਿਬ ਨੂੰ, ਜਿਹੜੇ ਸਾਡੇ ਇਹਨਾਂ ਦੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ, ਅਤੇ ਮੇਅਰ ਸਾਹਿਬ ਨੂੰ ਮੀਟਿੰਗਸ ਲਈਆਂ, ਲੈਟਰਾਂ ਜਿਹੜੀਆਂ ਆਪਣੀਆਂ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਆ, ਸੋਸ਼ਲ ਮੀਡੀਆ 'ਤੇ ਵੀ ਇਸ ਚੀਜ਼ ਨੂੰ ਹਾਈਲਾਈਟ ਅਸੀਂ ਕਰਦੇ ਰਹੇ ਹਾਂ ਵੀ ਇਹ ਚਲਾਈਆਂ ਜਾਣ। ਦੇਖੋ ਇਹ ਜਿਹੜੇ ਇਹਦੇ 3 ਰੂਟ 'ਤੇ ਉਦੋਂ ਇਹ ਬੱਸਾਂ ਚਲਾਈਆਂ ਗਈਆਂ ਸੀ। ਇੱਕ ਦਬੁਰਜੀਓ ਲੈ ਕੇ ਅਤੇ ਜਿਹੜਾ ਸਾਡਾ ਗੇਟਵੇ ਆਫ ਨਾਰਾਇਣਗੜ੍ਹ ਆ ਜਿਹੜਾ ਅਟਾਰੀ ਸਾਈਡ ਨੂੰ ਜਾਂਦੇ ਉੱਥੋਂ ਤੱਕ ਜਾਂਦੀਆਂ ਸੀਗੀਆਂ। ਦੂਸਰਾ ਰੂਟ ਸੀਗਾ ਜਿਹੜਾ ਸਾਡਾ ਵੇਰਕੇ ਤੋਂ ਚੱਲਦੀਆਂ ਸੀ ਬੱਸਾਂ, ਦੁਰਗਿਆਣਾ ਮੰਦਿਰ ਚੌਗਿਰਦਾ ਜਿਹੜਾ ਜਿਹਨੂੰ ਅਸੀਂ ਵਾਲਡ ਸਿਟੀ ਕਹਿੰਦੇ ਹਾਂ, ਜਿਹੜੀ ਉਸ ਵੇਲੇ 12 ਦਰਵਾਜ਼ੇ ਸਾਡੇ ਸ਼ਹਿਰ ਦੇ ਸੀ, ਉਹਦੇ ਦੁਆਲੇ ਘੁੰਮ ਕੇ, ਅਤੇ ਇਹ ਬੱਸ ਸੀਗੀ। ਦੂਸਰੀ ਜਿਹੜੀ ਦਬੁਰਜੀਓਂ ਚੱਲ ਕੇ ਅਤੇ ਮੀਰਾਂਕੋਟ ਤੱਕ ਜਿਹੜੀ ਉਹਦੇ ਸੈਂਟਰਲ ਜੇਲ੍ਹ ਹੁੰਦੀ ਸੀ ਉੱਥੋਂ ਤੱਕ ਜਾਂਦੀ ਸੀ। ਇਹ 2017 ਤੋਂ ਲੈ ਕੇ ਅੱਜ 20 'ਚ ਅਸੀਂ ਤੁਸੀਂ ਗੱਲ ਕਰਦੇ ਹੁਣ ਤਾਂ 20 ਵੀ ਬੀਤ ਗਿਆ। ਪਤਾ ਨਹੀਂ ਕੌਣ ਇਹਦਾ ਜ਼ਿੰਮੇਵਾਰ ਆ,
ਜਿਹੜੀ ਕਾਰਪੋਰੇਸ਼ਨ ਹੈ ਉਸ ਵੇਲੇ ਜਦੋਂ ਇਹ ਬੱਸਾਂ ਸਟਾਰਟ ਕੀਤੀਆਂ ਗਈਆਂ ਸੀ, ਇੱਕ ਕਮੇਟੀ ਬਣੀ ਸੀਗੀ ਜਿਹਦੇ 'ਚ ਮੋਟੇ ਤੌਰ ਤੇ ਕਾਰਪੋਰੇਸ਼ਨ ਦੇ ਮੇਅਰ ਸਾਹਿਬ, ਕਮਿਸ਼ਨਰ ਸਾਹਿਬ, ਪ੍ਰਸ਼ਾਸਨ ਦੇ ਵਿੱਚੋਂ ਜਿਹੜਾ ਡੀਸੀ ਸਾਹਿਬ ਤੇ ਹੋਰ ਵੀ ਹੋਣਗੇ, ਉਹਨਾਂ ਨੇ ਇਹ ਐਡੇ ਉੱਚੇ ਅਹੁਦਿਆਂ ਤੇ ਬੈਠਿਆਂ ਨੇ ਇਹਦੀ ਪਰਵਾਹ ਤੱਕ ਨਹੀਂ ਕੀਤੀ। ਅੱਜ ਇਹ ਬੱਸਾਂ ਦੀ ਇਹ ਦੁਰਦਸ਼ਾ ਹੈ ਵੀ ਇਹਦੇ ਵਿੱਚ ਮਾਲ ਜਿਹੜਾ ਆ, ਮੈਂ ਸਮਝਦਾ ਜੋ ਦੇਖਿਆ ਇੱਥੇ ਆ ਕੇ, ਲਗਭਗ ਚੋਰੀ ਹੋਇਆ ਪਿਆ ਤੇ ਗਾਂ ਹੋਰ ਵੀ ਹੋਣ ਦੀ ਸੰਭਾਵਨਾ ਹੈ। ਬੈਟਰੀਆਂ ਤੱਕ ਨਹੀਂ ਹੈਗੀਆਂ, ਡੀਜ਼ਲ ਪੰਪ ਉਤਾਰ ਲਏ ਗਏ, ਟਾਇਰ ਜਿਹੜੇ ਫਟੇ ਪੁਰਾਣੇ। ਇਹ ਕੀ ਫਾਇਦਾ ਹੈ? ਜਾਂ ਤਾਂ ਦੇਖੋ ਜੀ ਇਹਦਾ ਜਿਹੜਾ ਵੀ ਇਹਦੇ ਵਾਸਤੇ ਜ਼ਿੰਮੇਵਾਰ, ਮੈਂ ਸਮਝਦਾ ਵੀ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੈਅ ਹੋਣੀ ਬਣਦੀ ਆ, ਤੈਅ ਕੀਤੀ ਜਾਵੇ। ਸੈਂਟਰ ਸਰਕਾਰ ਦਾ ਪੈਸਾ ਤੁਸੀਂ ਵਰਤ ਨਹੀਂ ਸਕਦੇ, ਪੰਜਾਬ ਸਰਕਾਰ ਦੀ ਦੁਹਾਈ ਦਿੰਦੇ ਹੋ ਵੀ ਸਾਡੇ ਕੋਲੇ ਹੈ ਕੱਖ ਨਹੀਂ, ਤੇ ਜੇ ਤੁਹਾਡੇ ਸਟੇਟ ਸਰਕਾਰ ਕੋਲੇ ਕੱਖ ਨਹੀਂ ਹੈਗਾ, ਤੇ ਜੇ ਇੱਕ ਸੁਵਿਧਾ ਤੁਹਾਡੇ ਕੋਲੇ ਮਿਲੀ ਆ ਲੋਕਾਂ ਵਾਸਤੇ ਆ, ਉਹਨੂੰ ਇੱਕ ਸਿਰਫ ਆਪਰੇਸ਼ਨਲ ਕਰਨ ਵਾਸਤੇ ਤੁਸੀਂ ਕੋਈ ਉਪਰਾਲਾ ਹੀ ਨਹੀਂ ਕਰ ਰਹੇ। ਬਾਰ-ਬਾਰ ਸਾਡੇ ਜਿਹੜੇ ਆ ਯਾਦ ਪੱਤਰ ਕਰਾਉਂਦੇ। ਅੱਜ ਮੈਂ ਜਿਹੜਾ ਤੁਹਾਡੇ ਅਜੀਤ ਜਿਹੜਾ ਤੁਹਾਡਾ ਜਿਹੜਾ ਸਿਸਟਮ ਆ, ਜਿਹੜਾ ਤੁਹਾਡੇ ਮਾਧਿਅਮ ਦੇ ਵਿੱਚ ਇਹ ਖੁਸ਼ੀ ਵੀ ਹੋਈ ਆ ਵੀ ਤੁਸੀਂ ਇਸ ਚੀਜ਼ ਨੂੰ ਕਵਰ ਕਰ ਰਹੇ ਹੋ। ਬਹੁਤ ਵੱਡਾ ਵਿਸ਼ਾ ਸਾਡੇ ਅੰਮ੍ਰਿਤਸਰ ਵਾਸਤੇ। ਹੁਣ ਇਹਨਾਂ ਨੇ BRTS ਬੱਸ ਚਲਾਤੀ ਆ, ਉਹਦੇ ਜਿਹੜੇ ਆ ਰੂਟ ਉਹਦੇ ਨਾਲੋਂ ਵੱਧ ਇਹ ਕਵਰ ਕਰਦੇ ਸੀਗੇ। ਉਹਨੂੰ ਬੈਕ ਫੀਡ ਕਰਨ ਵਾਸਤੇ ਮੈਂ ਸਮਝਦਾ ਵੀ ਜੇ ਸਰਕਾਰ ਇਹਨੂੰ ਚਲਾਵੇ ਤੇ ਉਹਨਾਂ ਨੂੰ ਸਵਾਰੀਆਂ ਦੇਣ ਵਾਸਤੇ ਜੇ ਇਹਨਾਂ ਨੂੰ ਕੱਥੂ ਨੰਗਲ ਤੱਕ ਡਿਵੈਲਪ ਕਰ ਦਿੱਤਾ ਜਾਵੇ। ਪਹਿਲਾਂ ਦਬੁਰਜੀਓਂ ਚੱਲਦੀ ਸੀ, ਜੰਡਿਆਲੇ ਤੱਕ ਲੈ ਲਿਆ ਜਾਵੇ, ਉਧਰੋਂ ਤਰਨਤਾਰਨ ਤੱਕ ਲੈ ਲਿਆ ਜਾਵੇ, ਨਾਲੇ ਵਾਲੇ ਪਾਸਿਓਂ ਸਾਰਿਆਂ ਦੀ ਇਹਨੂੰ ਇੱਕ ਫੀਡਰ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਬਣਾਇਆ ਜਾਵੇ। ਦੇਖੋ ਸਾਡੇ ਇੰਟਰਨੈਸ਼ਨਲ ਏਅਰਪੋਰਟ ਹੈ, ਸਾਰੇ ਏਅਰਪੋਰਟਸ ਦੇ ਉੱਤੇ ਜਿਹੜੀਆਂ ਇਹ ਬੱਸਾਂ ਜਿਹੜੀਆਂ ਸਿਟੀ ਬੱਸ ਜਿਹੜੀ ਆ ਚੱਲਦੀਆਂ ਨੇ, ਔਰ ਉਹ ਬੜੀ ਅੱਛੀ ਸੁਵਿਧਾ ਹੈ। ਇਹ ਜਦੋਂ ਚੱਲੀਆਂ ਸੀਗੀਆਂ ਦਿੱਲੀ ਦੇ ਵਿੱਚ, ਉਦੋਂ ਇਸੇ ਸਿਸਟਮ ਦੀ ਜਿਹੜੀ ਸਿਟੀ ਬੱਸਾਂ ਚੱਲੀਆਂ, ਉਹ ਅੱਜ ਵੀ ਇੰਨੀਆਂ ਕਾਮਯਾਬ ਨੇ ਕਿ ਲੋਕਾਂ ਦੇ ਵਾਸਤੇ ਬੜੀ ਵੱਡੀ ਸੁਵਿਧਾ। ਚੰਡੀਗੜ੍ਹ 'ਚ ਚੱਲੀਆਂ, ਬੜੀ ਵੱਡੀ ਸੁਵਿਧਾ ਹੈ। ਇਸੇ ਤਰ੍ਹਾਂ ਬਾਕੀ ਡਿਸਟ੍ਰਿਕਟ ਹੈਡਕੁਆਟਰਸ 'ਤੇ ਵੀ ਚੱਲੀਆਂ ਸੀ, ਜਿੱਥੇ ਚੱਲ ਵੀ ਰਹੀਆਂ ਨੇ। ਬਠਿੰਡਾ ਸੀਗਾ ਸਾਡਾ, ਅੱਜ ਵੀ ਚੱਲ ਰਹੀਆਂ। ਲੁਧਿਆਣਾ ਜਲੰਧਰ ਸੀਗਾ, ਜਲੰਧਰ ਦੇ ਬਾਰੇ ਤਾਂ ਮੈਨੂੰ ਨਹੀਂ ਸ਼ੋਰ, ਸ਼ਾਇਦ ਲੁਧਿਆਣੇ ਵੀ ਚੱਲ ਰਹੀਆਂ। ਵਾਈ ਨਾਟ ਇਨ ਅੰਮ੍ਰਿਤਸਰ? ਮੈਂ ਅੰਮ੍ਰਿਤਸਰ ਹੀ ਹਾਂ, ਅੰਮ੍ਰਿਤਸਰ ਵਿਕਾਸ ਮੰਚ ਆ ਸਾਡਾ। ਅਸੀਂ ਇੱਥੇ ਅੰਮ੍ਰਿਤਸਰ ਦੇ ਜਿਹੜੀ ਸਿਟੀ ਜਿਹੜੀ ਬੱਸ ਸਰਵਿਸ ਆ ਕਿਉਂ ਨਹੀਂ ਚੱਲ ਰਹੀ? ਜਿਹੜਾ ਨਹੀਂ ਚਲਾ ਰਿਹਾ, ਮੈਂ ਸਮਝਦਾ ਵੀ ਉਸ ਅਫੀਸ਼ੀਅਲ ਦੇ ਅਗੇਂਸਟ ਜਿਹੜੀ ਸਰਕਾਰ ਨੂੰ ਐਕਸ਼ਨ ਲੈਣਾ ਬਣਦਾ। ਤੇ ਜੇ ਕੋਈ ਕਿਤੇ ਸੈਂਟਰ ਸਰਕਾਰ ਵੱਲੋਂ ਕੋਈ ਸਿਸਟਮ ਦੀ ਕੋਈ ਪਰੇਸ਼ਾਨੀ ਆਈ ਹੈ, ਵੇਖੋ ਉਦੋਂ ਜਦੋਂ 14 ਚੱਲੀ ਹੈਦਰਾਬਾਦ ਦੀ ਕੰਪਨੀ ਸੀਗੀ, ਚੱਲਦੀ ਰਹੀ, ਕੈਰੀ ਔਨ ਕਰਦੀ ਰਹੀ। ਅਕਸਰ ਜੇ ਏਡੀ ਵੱਡੀ ਕੋਈ ਕੰਪਨੀ ਛੱਡ ਕੇ ਗਈ, ਇਹਦੇ ਪਿੱਛੇ ਕੋਈ ਵੱਡੇ ਕਾਰਨ ਹੋਣਗੇ। ਹੋ ਸਕਦਾ ਜਿਹੜਾ ਟਰਾਂਸਪੋਰਟ ਜਿਹੜਾ ਮਾਫੀਆ ਜਿਹਨੂੰ ਕਿਹਾ ਜਾਂਦਾ, ਅੱਜ ਕੱਲ੍ਹ ਮਾਫੀਏ ਬੜੇ ਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਤੇ ਕਈ ਤਰ੍ਹਾਂ ਦੇ ਸ਼ਰਾਬ ਮਾਫੀਆ। ਮੈਂ ਸਮਝਦਾ ਵੀ ਜੇ ਲੋਕਾਂ ਦੀ ਸੁਵਿਧਾ ਨੂੰ ਇੱਕ ਨੁਕਰੇ ਲਾ ਕੇ 60 ਬੱਸਾਂ ਦਾ ਜਿਹੜਾ ਮੈਂ ਤੇ ਬੇੜਾ ਗਰਕ ਕਵਾਂ ਤੇ ਕੋਈ ਵੱਡੀ ਗੱਲ ਨਹੀਂ। ਕਰਨ ਵਾਸਤੇ ਇੱਥੇ ਖਿਲਾਰੀਆਂ ਨੇ, ਕੀ ਜ਼ਰੂਰਤ ਸੀ ਇਹਨਾਂ ਦੀ ਜੇ ਚਲਾਉਣੀਆਂ ਨਹੀਂ ਸੀ? ਤੇ ਮੈਂ ਤੁਹਾਡੇ ਇਸ ਅਜੀਤ ਦੇ ਜਿਹੜੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਅਪੀਲ ਕਰਦਾ, ਪੰਜਾਬ ਸਰਕਾਰ ਨੂੰ, ਤੇ ਉਹ ਜਿਹੜਾ ਸਾਡਾ ਅੰਮ੍ਰਿਤਸਰ ਦਾ ਪ੍ਰਸ਼ਾਸਨਿਕ ਜਿਹੜਾ ਅਧਿਕਾਰੀ ਇਸ ਵਾਸਤੇ ਜ਼ਿੰਮੇਵਾਰ ਨੇ, ਚਾਹੇ ਉਹ ਮੇਅਰ ਸਾਹਿਬ ਹੈ, ਚਾਹੇ ਮੈਡਮ ਜਿਹੜੇ ਕਮਿਸ਼ਨਰ ਨੇ ਅੰਮ੍ਰਿਤਸਰ ਨਿਗਮ ਦੇ ਡਿਪਟੀ ਕਮਿਸ਼ਨਰ ਸਾਹਿਬ, ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਦੇ ਵਾਸਤੇ ਜ਼ਿੰਮੇਵਾਰੀ ਆ। ਸਾਡੀ ਹੱਥ ਜੋੜ ਕੇ ਬੇਨਤੀ ਆ, ਅਪੀਲ ਆ ਤੁਹਾਨੂੰ ਵੀ ਇਹਨਾਂ ਬੱਸਾਂ ਨੂੰ, ਬਹੁਤੀਆਂ ਇਹਨਾਂ 'ਚ ਚਾਲੂ ਹਾਲਤ 'ਚ ਆ, ਜਿਹੜੀਆਂ ਕੋਈ ਚਾਲੂ ਹਾਲਤ 'ਚ ਨਹੀਂ, ਉਹਨਾਂ ਨੂੰ ਚਾਲੂ ਹਾਲਤ 'ਚ ਕੀਤਾ ਜਾਵੇ, ਔਰ ਉਹਨਾਂ ਅਫੀਸ਼ੀਅਲਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਜਿਹੜੇ ਇਹਦੇ ਵਾਸਤੇ ਜ਼ਿੰਮੇਵਾਰ ਨੇ ਇਹਨਾਂ ਨੂੰ ਨਾ ਚਲਾਉਣ ਦੇ। ਦੇਖੋ ਜੇ ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਪ੍ਰੋਪਰ ਹੋਊਗਾ ਤੇ ਜਿੰਨੀ ਆਮਦ ਹੈ ਸਾਡੇ ਅੰਮ੍ਰਿਤਸਰ ਸ਼ਹਿਰ ਦੀ, ਤਾਂ ਖੂਬਸੂਰਤੀ ਬਹੁਤ ਹੈ, ਵਰਲਡ 'ਚ ਫੇਮਸ ਹੈ ਵੀ ਕੋਈ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਲਗਭਗ 1 ਲੱਖ ਬੰਦਾ ਐਵਰੇਜ ਇੱਥੇ ਆਮਦ ਸੀਗੀ। ਜੇ ਕਰੋਨਾ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੁੰਦਾ ਹੈ ਕਿਸੇ ਸ਼ਹਿਰ ਵਾਸਤੇ 1 ਲੱਖ ਬੰਦਾ ਬਾਹਰੋਂ ਆਉਣਾ, ਔਰ ਐਡੀ ਵੱਡੀ ਉਹਦੀ ਜਿਹੜੀ ਆ ਆਮਦ ਆ ਲੋਕਾਂ ਦੀ, ਉਹਦੇ ਵਾਸਤੇ ਸੁਵਿਧਾਵਾਂ ਚਾਹੀਦੀਆਂ, ਜਿਹਦੇ ਵਿੱਚ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਬਹੁਤ ਜ਼ਰੂਰੀ ਆ। ਸੋ ਮੇਰੀ ਬੇਨਤੀ ਹੈ, ਫਿਰ ਅਪੀਲ ਹੈ ਸਰਕਾਰ ਨੂੰ, ਪੁਰਜ਼ੋਰ ਅਪੀਲ ਹੈ ਵੀ ਇਹਨੂੰ ਚਲਾਇਆ ਜਾਵੇ। ਨਹੀਂ ਤਾਂ ਸਾਡਾ ਅੰਮ੍ਰਿਤਸਰ ਵਿਕਾਸ ਮੰਚ, ਅਸੀਂ ਇਹ ਫੈਸਲਾ ਲਿਆ ਆ। ਅਬ ਸਾਡੀ ਜਿਹੜੀ ਹੁਣ ਨੈਕਸਟ ਮੀਟਿੰਗ ਹੋਏਗੀ ਐਗਜ਼ੈਕਟਿਵ ਦੀ, ਤੇ ਉਹਦੇ ਵਿੱਚ ਅਸੀਂ ਇਹਦਾ ਜਿਹੜਾ ਵੱਡੇ ਪੱਧਰ ਤੇ ਕੋਸ਼ਿਸ਼ ਕਰਾਂਗੇ ਵੀ ਵੱਡਾ ਫੈਸਲਾ ਲਈਏ ਵੀ ਜੇ ਕੋਈ ਸਾਨੂੰ ਇਹਦੇ ਵਾਸਤੇ ਕੋਈ ਪ੍ਰੋਟੈਸਟ ਜਾਂ ਕੋਈ ਹੋਰ ਵੀ ਕਿਸੇ ਕਿਸਮ ਦਾ ਸਾਨੂੰ ਰਾਹ ਅਖਤਿਆਰ ਕਰਨਾ ਪਿਆ, ਅਸੀਂ ਜ਼ਰੂਰ ਕਰਾਂਗੇ। ਫਿਰ ਮੈਂ ਅੰਤ ਦੇ ਵਿੱਚ ਫਿਰ ਬੇਨਤੀ ਕਰਦਾ ਜਿਹੜੀ ਸਾਡੀ ਸਟੇਟ ਗੌਰਮੈਂਟ ਨੂੰ ਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਵੀ ਇਹਨਾਂ ਬੱਸਾਂ ਨੂੰ, ਸਿਟੀ ਬੱਸ ਨੂੰ ਜਿਹੜਾ ਛੇਤੀ ਤੋਂ ਛੇਤੀ ਚਾਲੂ ਹਾਲਤ 'ਚ ਕੀਤਾ ਜਾਵੇ, ਲੋਕਾਂ ਨੂੰ ਸੁਵਿਧਾ ਦਿੱਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਅੰਮ੍ਰਿਤਸਰ ਦੇ ਵਿੱਚ ਕਿਸੇ ਟਾਈਮ ਜਿਹੜੀਆਂ ਇਹ ਅੰਮ੍ਰਿਤਸਰ ਸਿਟੀ ਟਰਾਂਸਪੋਰਟ ਸਰਵਿਸ ਜਿਹੜੀ ਚੱਲਦੀ ਸੀ, ਬਹੁਤ ਸੁਚੱਜੇ ਢੰਗ ਨਾਲ, ਬਹੁਤ ਵਧੀਆ ਤਰੀਕੇ ਨਾਲ ਚੱਲਦੀ ਸੀ, ਲੇਕਿਨ ਅੱਜ ਇਹ ਬੱਸਾਂ ਬਿਲਕੁਲ ਕੰਡਮ ਹੋ ਕੇ ਰਹਿ ਗਈਆਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਬਾਰੇ ਜੀ ਅਸੀਂ
ਰੀਅਲ ਯੂਨੀਫਾਰਮ ਦਾ ਸਾਡਾ ਮਨਜੀਤ ਸਿੰਘ ਸੈਣੀ ਹੈ, ਮੈਂ ਰਿਟਾਇਰਡ STO ਹਾਂ। ਇਹਨਾਂ ਦੀ ਹਾਲਾਤ 'ਚ ਘਰ 'ਚ ਆਪਣੇ ਕੋਲ ਸਾਰੇ ਵਹੀਕਲ ਨੇ, ਆਪਾਂ ਦੇਖਦੇ ਹਾਂ ਕਿ ਜੇ ਉਹਨੂੰ 6 ਮਹੀਨੇ ਸਾਲ ਖੜਾ ਘਰ 'ਚ ਹੀ ਰਹਿਣ ਦੀ ਉਦੋਂ ਇੰਜਣ ਵੀ ਜਾਮ ਹੋ ਜਾਂਦਾ। ਪ੍ਰਸ਼ਾਸਨ ਨੂੰ ਵੀ ਪਤਾ ਵਾ ਇਹਦੇ ਬਾਰੇ। ਕਾਫੀ ਵਾਰੀ ਡਿਸਟ੍ਰਿਕਟ ਅੱਗੇ ਹੁੰਦਾ ਸੀਗਾ ਕਿ ਇੱਕ ਦੀ ਐਪਲੀਕੇਸ਼ਨ ਜਾਂਦੀ ਸੀ, ਇੱਕ ਵਾਰੀ ਅਖਬਾਰ 'ਚ ਹੁੰਦਾ ਸੀ, ਪ੍ਰਸ਼ਾਸਨ ਦੇ ਅਸਰ ਹੋ ਜਾਂਦਾ ਸੀਗਾ। ਬਾਰ-ਬਾਰ ਪ੍ਰਸ਼ਾਸਨ ਨਾਲ ਗੱਲਬਾਤ ਕਰਨ 'ਤੇ ਕਿ ਦੇਖੋ ਇਹ ਲੋਅਰ ਫਲੋਰ ਦੀਆਂ ਇਹ ਬੱਸਾਂ ਹੈਗੀਆਂ, ਇਹਨਾਂ ਦੀ ਚੜ੍ਹਾਈ ਹੈ। ਦੂਜੀ ਜਿਹੜੀਆਂ BRTS ਦੀਆਂ ਬੱਸਾਂ ਉਹਨਾਂ ਵਾਸਤੇ ਹਾਈ ਟਰਮੀਨਲ ਬਣਾਉਣੇ ਪੈਂਦੇ ਉੱਚੇ ਚੜ੍ਹਨ ਵਾਸਤੇ। ਇਹ ਹੁਣ ਆਪਣੇ ਜਿੱਥੇ ਉਹ ਨਹੀਂ ਚੱਲਦੀਆਂ ਬੱਸਾਂ, ਬਾਈਪਾਸ ਹੈ ਸਾਰਾ ਟੋਟਲ ਸਾਡਾ GT ਰੋਡ, ਏਅਰਪੋਰਟ ਨੂੰ ਲਗਾ ਦਿਓ। ਏਅਰਪੋਰਟ ਨੂੰ ਬੱਸ ਸਰਵਿਸ ਨਹੀਂ ਸੀਗੀ, ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੋਂ। ਇਹ ਬੱਸਾਂ ਨੂੰ ਤੁਸੀਂ ਯੂਜ਼ ਕਰੋ, ਇਹਨੂੰ ਰਿਪੇਅਰ ਕਰਾ ਕੇ। ਇਹ ਇੱਕ ਜਾਇਦਾਦ ਹੁੰਦੀ ਆ, ਪਰ ਉਸ ਬਾਰੇ ਕਿਸੇ ਨੂੰ ਐਡਮਿਨਿਸਟ੍ਰੇਸ਼ਨ ਨੂੰ ਧਿਆਨ ਹੀ ਨਹੀਂ ਹੈ। ਮੈਂ ਤਾਂ ਕਹਿੰਦਾ ਜੀ ਇਸ ਚੀਜ਼ ਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿੰਨੀ ਇਹ ਡੈਮੇਜ ਹੋ ਚੁੱਕੀਆਂ, ਜਿੰਨਾ ਨੁਕਸਾਨ ਹੋਇਆ, ਉਹ ਜਿਹੜੇ ਵੀ ਜ਼ਿੰਮੇਵਾਰ ਬੰਦੇ ਨੇ, ਭਾਵੇਂ ਐਡਮਿਨਿਸਟ੍ਰੇਸ਼ਨ ਨੇ ਜਾਂ ਅਫਸਰ ਨੇ, ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਰਿਪੇਅਰ ਹੋਣੀਆਂ ਚਾਹੀਦੀਆਂ ਬੱਸਾਂ ਜਿਹੜੀਆਂ ਵਾ। ਕਿਉਂਕਿ ਪਬਲਿਕ ਜਿਹੜੀ ਹੈ, ਪਬਲਿਕ ਦੇ ਬਾਰ-ਬਾਰ ਆਵਾਜ਼ ਉਠਾਉਣ 'ਤੇ ਵੀ ਇਹਨਾਂ ਬੱਸਾਂ ਬਾਰੇ ਸੁਣਵਾਈ ਨਹੀਂ ਹੋ ਰਹੀ। ਕਿਸੇ ਵੀ ਪੱਧਰ ਦੇ ਉੱਤੇ, ਕਾਫੀ ਪੱਧਰ ਉੱਤੇ ਜਿਹੜੀ ਇਹ ਗੱਲਬਾਤ ਚੱਲ ਚੁੱਕੀ, ਪਰ ਫਿਰ ਜਿਹੜੀ ਗੱਲ ਇਹ ਠੱਪ ਰਹਿ ਜਾਂਦੀ ਆ। ਇਹਨਾਂ ਬੱਸਾਂ ਨੂੰ ਯੂਜ਼ ਕਰਕੇ ਪਬਲਿਕ ਦੀ ਸਹੂਲਤ ਲਈ ਇੰਨਾ ਪੈਸਾ ਖਰਚਿਆ ਗਿਆ ਸੀਗਾ, ਉਹ ਕਿਉਂ ਨਹੀਂ ਯੂਜ਼ ਹੋਇਆ? ਫਿਰ ਇਹ ਡੇ ਬਾਈ ਡੇ ਡਿਟੀਰੀਓਰੇਸ਼ਨ ਪੋਜੀਸ਼ਨ ਦੇ ਵਿੱਚ ਜਾ ਰਹੀਆਂ ਇਹ ਬੱਸਾਂ ਜਿਹੜੀਆਂ। ਇਹਦੇ ਬਾਰੇ ਧਿਆਨ ਕਿੰਨੇ ਦੇਣਾ? ਜਿਹੜਾ ਜ਼ਿੰਮੇਵਾਰ ਬੰਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਸ ਚੀਜ਼ ਦੀ ਜਿਹੜੀ ਹੈ ਨਾ। ਕਿਉਂਕਿ ਜਾਂ ਤਾਂ ਆਵਾਜ਼ ਉੱਠੀ ਨਾ ਹੋਵੇ, ਉਹਨਾਂ ਦੀ ਨਿਗਾਹ 'ਚ ਨਾ ਹੋਵੇ। ਇੰਨਾ ਸਟਾਫ ਵਾਇਆ ਵਾ, ਇੰਨੀ ਜਗ੍ਹਾ ਘੇਰੀ ਹੋਈ ਹੈ, ਇਹਨਾਂ ਨੂੰ ਖਿਲਾਰ ਕੇ ਹਾਂਜੀ ਜਗ੍ਹਾ ਯੂਟੀਲਾਈਜ਼ ਹੋ ਸਕਦੇ। ਇਹਨਾਂ ਦੇ ਟਾਇਰ ਤੁਸੀਂ ਦੇਖੋ, ਇਹਨਾਂ ਦੇ ਹੁਣ ਹਾਲਾਤ ਦੇਖੋ, ਖੜਿਆਂ ਦੇ ਹਾਲਾਤ ਜਿਹੜੇ ਆ, ਜਿੰਨਾ ਨੁਕਸਾਨ ਖੜਿਆਂ ਦੇ ਹੋ ਗਿਆ। ਪਬਲਿਕ ਦੀ ਫਾਇਦੇ ਵਾਲੀ ਸੀ, ਇਹ ਨੁਕਸਾਨ ਕਰ ਰਹੇ ਨੇ। ਅੱਜ ਉਹ ਬਿਲਕੁਲ ਕਵਾੜਾ ਹੋ ਕੇ ਰਹਿ ਗਏ ਨਾ, ਇਹਦੇ ਬਾਰੇ ਤੁਸੀਂ देखिए सिटी बसेस ना ਅੱਜ ਤੋਂ ਲਗਭਗ 5 ਸਾਲ ਪਹਿਲਾਂ ਚੱਲਦੀ ਸੀ। ਉਦੋਂ ਇੱਕ ਆਪਰੇਟਰ ਨਗਰ ਨਿਗਮ ਵੱਲੋਂ ਹਾਇਰ ਕੀਤਾ ਗਿਆ ਸੀ। ਦੀ ਇਨਵੈਸਟਮੈਂਟ ਵੀ ਸਾਰੀ ਬੱਸਿਸ ਵਗੈਰਾ ਦੀ ਸਰਕਾਰ ਵੱਲੋਂ ਲਗਾਈ ਗਈ ਸੀ। ਇੱਕ ਡਿਪੋ ਵੀ ਬਣਾਇਆ ਗਿਆ ਸੀ। ਉਹ ਆਪਰੇਟਰ ਨੇ ਥੋੜਾ ਟਾਈਮ ਬੱਸਿਸ ਚਲਾਉਣ ਤੋਂ ਬਾਅਦ ਬੱਸਿਸ ਛੱਡ ਕੇ ਚਲਾ ਗਿਆ ਸੀ। ਉਹਦੀ ਅਸੀਂ ਬੈਂਕ ਗਾਰੰਟੀ ਵਗੈਰਾ ਵੀ ਫੋਰਫੀਟ ਕੀਤੀ ਹੈ। ਉਸ ਤੋਂ ਬਾਅਦ ਵੀ ਕੋਸ਼ਿਸ਼ ਕੀਤੀ ਗਈ ਕਿ ਕੋਈ ਕੰਪਨੀ ਸਾਨੂੰ ਮਿਲ ਜਾਏ ਜੋ ਕਿ ਬੱਸਿਸ ਵਗੈਰਾ ਨੂੰ ਚਲਾ ਲੇ, ਪਰ ਕੋਈ ਜ਼ਿਆਦਾ ਸਫਲਤਾ ਮਿਲੀ ਨਹੀਂ ਨਗਰ ਨਿਗਮ ਨੂੰ। ਉਸ ਤੋਂ ਬਾਅਦ ਇੱਕ ਅਸੀਂ ਮਤਾ ਪਾਸ ਕਰਾਇਆ ਸੀ ਕਿ ਬੱਸਿਸ ਨੂੰ ਅਸੀਂ ਹੈਂਡਓਵਰ ਕਰ ਦਈਏ ਪਨਬਸ ਨੂੰ ਜਾਂ ਪੰਜਾਬ ਰੋਡਵੇਜ਼ ਨੂੰ, ਜੋ ਕਿ ਇਹਨਾਂ ਨੂੰ ਇੰਟਰ ਡਿਸਟ੍ਰਿਕਟ ਜਾਂ ਫਿਰ ਜਿਹੜੇ ਪਿੰਡਾਂ ਵਾਲੇ ਰੂਟਸ ਹੁੰਦੇ ਨੇ ਉੱਥੇ ਇਹਨਾਂ ਬੱਸਿਸ ਨੂੰ ਚਲਾ ਲਈਏ। ਉਹ ਅਸੀਂ ਅਵੇਟ ਕਰ ਰਹੇ ਹਾਂ ਪੰਜਾਬ ਰੋਡਵੇਜ਼ ਜਾਂ ਪਨਬਸ ਦਾ ਰਿਸਪੌਂਸ। ਜੇਕਰ ਉਹ ਲੈਣ ਨੂੰ ਤਿਆਰ ਹੋ ਜਾਂਦੇ ਤਾਂ ਅਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਇੱਕ ਡੀਲ ਕਰ ਲਾਂਗੇ। ਮੈਮ BRTS ਵਾਲੇ ਵੀ ਕਹਿ ਰਹੇ ਨੇ ਕਿ ਅਸੀਂ ਇਹ ਬੱਸ ਚਲਾਉਣ ਨੂੰ ਤਿਆਰ ਹਾਂ, ਲੇਕਿਨ ਇਹ ਹੈ ਕਿ ਸਾਡੇ ਕੋਲੋਂ ਕੋਈ ਜਿਸ ਤਰ੍ਹਾਂ ਪੈਸੇ ਨਾ ਜ਼ਿਆਦਾ ਪ੍ਰੋਫਿਟ ਨਾ ਮੰਗਿਆ ਜਾਵੇ। ਅਸੀਂ BRTS ਨੂੰ ਵੀ ਕਿਹਾ ਹੈ ਕਿ ਜੇਕਰ ਬੱਸਿਸ ਲੈਣਾ ਚਾਹੁੰਦੇ ਹਾਂ ਅਸੀਂ ਬੱਸਿਸ BRTS ਨੂੰ ਦੇ ਦਾਂਗੇ। ਸਰਕਾਰ ਦੀ ਪ੍ਰੋਪਰਟੀ ਹੈ, ਸਰਕਾਰ ਦੇ ਹਿੱਤ ਲਈ ਹੀ ਇਸ ਦੀ ਵਰਤੋਂ ਹੋਏਗੀ, ਲੋਕਾਂ ਦੇ ਹਿੱਤ ਲਈ ਇਸ ਦੀ ਵਰਤੋਂ ਹੋਏਗੀ। ਪਰ BRTS ਨੂੰ ਵੀ ਫਿਰ ਇਸ ਦੇ ਰੂਟਸ ਵਗੈਰਾ ਸਾਨੂੰ ਬਣਾ ਕੇ ਵਰਕਿੰਗ ਕਰਕੇ ਦੇ ਦੀ, ਅਸੀਂ ਤਿਆਰ ਹੈ BRTS ਨੂੰ ਵੀ ਬੱਸਿਸ। ਅੰਮ੍ਰਿਤਸਰ ਸਿਟੀ ਟਰਾਂਸਪੋਰਟ ਦੇ ਨਾਂ 'ਤੇ ਗੁਰੂ ਨਗਰੀ ਵਿਖੇ ਚੱਲਣ ਵਾਲੀਆਂ ਇਹ ਬੱਸਾਂ ਅੱਜ ਬਿਲਕੁਲ ਹੀ ਕੰਡਮ ਹੋ ਚੁੱਕੀਆਂ ਹਨ, ਜਿਸ ਦੇ ਬਾਰੇ ਸਮਾਜ ਸੇਵੀ ਸੰਸਥਾਵਾਂ ਖਾਸ ਕਰਕੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਮੇਂ-ਸਮੇਂ ਨਗਰ ਨਿਗਮ ਪ੍ਰਸ਼ਾਸਨ ਨੂੰ ਲਿਖਤ ਰੂਪ ਵਿੱਚ ਕਈ ਵਾਰੀ ਇਹਨਾਂ ਨੂੰ ਜਾਣੂ ਵੀ ਕਰਵਾਇਆ ਗਿਆ, ਲੇਕਿਨ ਉਸ ਦੇ ਬਾਵਜੂਦ ਵੀ ਅੱਜ ਇਹ ਬੱਸਾਂ ਉਸੇ ਤਰ੍ਹਾਂ ਕੰਡੀਸ਼ਨ ਦੇ ਵਿੱਚ, ਕਵਾੜ ਦੀ ਕੰਡੀਸ਼ਨ ਦੇ ਵਿੱਚ ਖੜੀਆਂ ਨੇ। ਤੇ ਇਸ ਸੰਬੰਧੀ ਜਿਹੜੀਆਂ ਸਾਡੇ ਨਾਲ ਗੱਲਬਾਤ ਕੀਤੀ ਸੀ ਅੰਮ੍ਰਿਤਸਰ ਵਿਕਾਸ ਮੰਚ ਦੇ ਕੋਹਲੀ ਸਾਹਿਬ ਨੇ ਤੇ ਮਿਸਟਰ ਸੈਣੀ ਸਾਹਿਬ ਨੇ। ਅਸੀਂ ਅਗਲੇ ਵਾਰੀ ਫਿਰ ਨਵਾਂ ਮੁੱਦਾ ਲੈ ਕੇ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਕੈਮਰਾਮੈਨ ਹਰਿੰਦਰ ਸਿੰਘ ਦੇ ਨਾਲ ਹਰਮਿੰਦਰ ਸਿੰਘ, ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।